11th ਕਲਾਸ ਵਿੱਚ ਪੜ੍ਹਦੇ ਸਾਰੇ ਬੱਚਿਆਂ ਦਾ ਇਸ ਵੀਡੀਓ ਲੈਕਚਰ ਦੇ ਵਿੱਚ ਸਵਾਗਤ ਹੈ ਜੀ। ਬੇਟੇ ਅੱਜ ਤੁਹਾਡਾ ਕੈਮਿਸਟਰੀ ਦਾ ਪੇਪਰ ਸੀ ਐਂਡ ਆਈ ਹੋਪ ਕਿ ਤੁਹਾਡਾ ਪੇਪਰ ਵਧੀਆ ਹੋਇਆ ਹੋਵੇਗਾ। ਚਲੋ ਹੁਣ ਬੱਚੇ ਆਪਾਂ ਇਸ ਪੇਪਰ ਦਾ ਸੋਲੂਸ਼ਨ ਡਿਸਕਸ ਕਰਦੇ ਹਾਂ ਤਾਂ ਕਿ ਤੁਸੀਂ ਆਪਣੇ ਮਾਰਕਸ ਦਾ ਸਹੀ ਮੁਲਾਂਕਣ ਕਰ ਸਕੋ। ਸੋ ਬੇਟੇ ਪਹਿਲਾ ਕੁਐਸਚਨ ਸੀਗਾ ਤੁਹਾਡੇ ਪੇਪਰ ਦਾ, ਦੀ ਹਾਈਜ਼ਨਬਰਗ ਪ੍ਰਿੰਸੀਪਲ ਸਟੇਟਸ ਦੈਟ। ਇਹ ਤੇ ਬੇਟਾ ਸਿੱਧਾ ਸਟੇਟਮੈਂਟ ਬੇਸਡ ਕੁਐਸਚਨ ਹੈ ਕਿ ਜੋ ਵੀ ਹਾਈਜ਼ਨਬਰਗ ਪ੍ਰਿੰਸੀਪਲ ਦੀ ਸਟੇਟਮੈਂਟ ਸੀਗੀ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਹਾਈਜ਼ਨਬਰਗ ਜਿਹੜਾ ਵਾ ਉਹਨੇ ਕਿਹਾ ਸੀਗਾ ਕਿ ਜਦੋਂ ਆਪਾਂ ਕਿਸੇ ਮਾਈਕਰੋਸਕੋਪਿਕ ਬੋਡੀਜ਼ ਦੀ ਸਾਈਮਲਟੇਨੀਅਸਲੀ ਇੱਕੋ ਸਮੇਂ ਪੋਜੀਸ਼ਨ ਤੇ ਉਹਦਾ ਮੋਮੈਂਟਮ ਫਾਈਂਡ ਕਰਨ ਦੀ ਕੋਸ਼ਿਸ਼ ਕਰੀਏ ਤਾਂ 100% ਐਕੂਰੇਟਲੀ ਆਪਾਂ ਇਹ ਦੋਨੋਂ ਚੀਜ਼ਾਂ ਫਾਈਂਡ ਨਹੀਂ ਕਰ ਸਕਦੇ। ਠੀਕ ਹੈ, ਇਹ ਇੰਪੋਸੀਬਲ ਹੈ ਕਿ ਆਪਾਂ ਮਾਈਕਰੋਸਕੋਪਿਕ ਬੋਡੀ ਜਿਹੜੀਆਂ ਬਹੁਤ ਛੋਟੀਆਂ ਬੋਡੀਜ਼ ਨੇ, ਸਬ ਐਟੋਮਿਕ ਪਾਰਟੀਕਲਸ ਨੇ, ਜਿਸ ਤਰ੍ਹਾਂ ਇਲੈਕਟ੍ਰੋਨ ਹੈ, ਪ੍ਰੋਟੋਨ ਹੈ, ਠੀਕ ਹੈ, ਇੱਕੋ ਸਮੇਂ ਉਹਦੀ ਐਗਜ਼ੈਕਟਲੀ ਵੀ ਉਹ ਕਿੱਥੇ ਲੋਕੇਟਡ ਹੈਗਾ ਔਰ ਕਿੰਨੀ ਕੁ ਵੈਲੋਸਿਟੀ ਦੇ ਨਾਲ ਮੂਵ ਕਰ ਰਿਹਾ। ਠੀਕ ਹੈ, ਇਹ ਦੋਨੋਂ ਚੀਜ਼ਾਂ 100% ਐਕੂਰੇਟਲੀ ਫਾਈਂਡ ਕਰਨਾ ਇੰਪੋਸੀਬਲ ਹੈ। ਠੀਕ ਹੈ, ਇਟ ਵਾਜ਼ ਦੀ ਸਟੇਟਮੈਂਟ ਗਿਵਨ ਬਾਈ ਹਾਈਜ਼ਨਬਰਗ। ਔਰ ਮੈਥਮੈਟੀਕਲੀ ਵੀ ਤੁਸੀਂ ਜਾਣਦੇ ਹੋ ਕਿ ਹਾਈਜ਼ਨਬਰਗ ਨੇ ਕਿਹਾ ਸੀਗਾ ਕਿ ਜਦੋਂ ਵੀ ਆਪਾਂ ਉਹਦੀ ਪੋਜੀਸ਼ਨ ਮੇਜਰ ਕਰਾਂਗੇ ਉਹਦੇ ਵਿੱਚ ਕੋਈ ਨਾ ਕੋਈ ਐਰਰ ਜ਼ਰੂਰ ਹੋਏਗਾ, ਭਾਵੇਂ ਕਿ ਬਹੁਤ ਸਮੌਲ ਐਰਰ ਹੋਏ, ਐਂਡ ਲੈਟ ਦੈਟ ਸਮੌਲ ਐਰਰ ਬੀ ਡਿਨੋਟਡ ਬਾਈ ਡੈਲਟਾ ਐਕਸ and small error in its momentum be denoted by delta p, then their product will always be greater than or equal to h by 4 pi। means ਕਿ ਇਹ errors ਦੀ ਇਹ ਜਿਹੜੀ ਗਲਤੀ ਦੀ ਜੋ ਗੁੰਜਾਇਸ਼ ਹੈ ਇਹ ਘੱਟ ਤੋਂ ਘੱਟ ਇਹਦੀ ਵੈਲਿਊ h ਬਟਾ 4 ਪਾਈ ਹੋਣੀ। ਮੀਨਸ ਕਿ ਕੋਈ ਨਾ ਕੋਈ ਗਲਤੀ ਜ਼ਰੂਰ ਰਹੇਗੀ, ਘੱਟ ਤੋਂ ਘੱਟ ਇੰਨੀ ਵੈਲਿਊ। ਠੀਕ ਹੈ, ਗ੍ਰੇਟਰ ਦੈਨ ਇਕੁਅਲ ਦਾ ਮਤਲਬ ਘੱਟ ਤੋਂ ਘੱਟ ਇੰਨਾ ਜ਼ਰੂਰ ਹੋਣਾ, ਇਸ ਤੋਂ ਜ਼ਿਆਦਾ ਹੋ ਸਕਦਾ। h is Planck's constant and pi is 3.14 approximate। ਠੀਕ ਹੈ, ਸੋ ਇਹ ਹਾਈਜ਼ਨਬਰਗ ਦੀ ਸਟੇਟਮੈਂਟ ਸੀਗੀ ਤੇ ਬੇਟੇ ਆਪਾਂ ਹੁਣ ਦੇਖਣੀ ਹੈ ਕਿ ਇਹ ਸਟੇਟਮੈਂਟ ਕਿਹੜੀ ਆਪਸ਼ਨ 'ਚ ਹੈ। ਤੇ ਯੂ ਕੈਨ ਸੀ ਕਿ ਹੈਗੀ ਹੈ ਆਪਸ਼ਨ ਸੀ। ठीक है, so C is the right answer of your first question। okay बेटा, next question है जी, the correct ground state electronic configuration of chromium and atomic number of chromium is 24। ठीक है, अच्छा बेटे ਤੁਸੀਂ 4th ਪੀਰੀਅਡ ਦੇ ਵਿੱਚ ਰਿਕਾਲ ਕਰੋ ਕਿ ਤੁਸੀਂ ਪੜ੍ਹਦੇ ਹੋ ਕਿ ਜਿਹੜੇ ਦੋ ਐਲੀਮੈਂਟਸ ਨੇ, ਇੱਕ ਦਾ ਐਟੋਮਿਕ ਨੰਬਰ 24 ਕ੍ਰੋਮੀਅਮ, ਦੂਸਰਾ ਐਟੋਮਿਕ ਨੰਬਰ 29, ਉਹਦੀਆਂ ਇਹਨਾਂ ਦੋਨਾਂ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਨੇ ਉਹ ਥੋੜ੍ਹੀਆਂ ਜਿਹੀਆਂ ਅਨਐਕਸਪੈਕਟਡ ਹੁੰਦੀਆਂ ਨੇ। ਜੋ ਆਪਾਂ ਐਕਸਪੈਕਟਡ, ਜੋ ਆਪਾਂ ਅਕੋਰਡਿੰਗ ਟੂ ਰੂਲਸ ਨਾਰਮਲੀ ਬਾਕੀ ਐਲੀਮੈਂਟਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਦੇ ਹਾਂ, ਉਹਨਾਂ ਤੋਂ ਥੋੜ੍ਹੀਆਂ ਜਿਹੀਆਂ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਅਲੱਗ ਹੁੰਦੀ ਹੈ। ਔਰ ਅਲੱਗ ਹੋਣ ਦਾ ਕਾਰਨ ਜਿਹੜਾ ਕੀ ਆ ਉਹ ਵੀ ਆਪਾਂ ਡਿਸਕਸ ਕਰਦੇ ਹਾਂ। 24 ਇਲੈਕਟ੍ਰੋਨਸ ਜੇ ਆਪਾਂ ਪੂਰੇ ਕਰੀਏ ਤੇ ਨੋਬਲ ਗੈਸ ਦੇ ਟਰਮ 'ਚ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀਏ ਤੇ ਵੀ ਨੋ ਕਿ ਆਰਗਨ ਦੇ ਵਿੱਚ 18 ਇਲੈਕਟ੍ਰੋਨਸ ਹੁੰਦੇ ਨੇ। 18 ਇੱਥੇ ਪੂਰੇ ਹੋ ਗਏ, 24 ਪੂਰੇ ਕਰਨੇ ਨੇ ਆਪਾਂ ਤੇ 6 ਇਲੈਕਟ੍ਰੋਨਸ ਰਹਿ ਗਏ। ਹੁਣ ਆਰਗਨ 18 ਤੇ ਬਾਕੀ ਜਿਹੜੇ ਆਰਗਨ ਤੋਂ ਬਾਅਦ 4th ਸ਼ੈਲ ਸਟਾਰਟ ਹੋ ਗਿਆ, ਇੱਥੇ ਆ ਗਏ 18 ਤੇ 2 20 ਔਰ 20 ਤੇ 4 24। ਸੋ ਨੋਰਮਲ ਰੂਲਸ ਅਕੋਰਡਿੰਗ ਹੈ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਣੀ ਚਾਹੀਦੀ ਹੈ। ਹੁਣ ਬੇਟੇ ਸਟੇਬਿਲਿਟੀ ਦਾ ਰੂਲ ਕਹਿੰਦਾ ਕਿ ਕੋਈ ਵੀ ਸਿਸਟਮ ਜਿਹਦੇ ਵਿੱਚ ਮਾਈਨਰ ਜਿਹੇ ਚੇਂਜਸ ਤੋਂ ਬਾਅਦ ਉਸ ਸਿਸਟਮ 'ਚ ਬਹੁਤ ਜ਼ਿਆਦਾ ਸਟੇਬਿਲਿਟੀ ਆ ਸਕਦੀ ਹੋਵੇ ਤੇ ਉਹ ਸਿਸਟਮ ਇਹੋ ਜਿਹੀਆਂ ਚੇਂਜਸ ਜਿਹੜੀਆਂ ਨੇ ਉਹ ਐਕਵਾਇਰ ਜ਼ਰੂਰ ਕਰਦਾ ਹੈ, ਇਹੋ ਜਿਹੀਆਂ ਚੇਂਜਸ ਜ਼ਰੂਰ ਅਡਾਪਟ ਕਰਦਾ ਹੈ ਆਪਣੇ ਵਿੱਚ ਔਰ ਸਟੇਬਿਲਿਟੀ ਐਕਵਾਇਰ ਕਰ ਲੈਂਦਾ ਹੈ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਜੇ 4s ਦਾ ਇੱਕ ਇਲੈਕਟ੍ਰੋਨ ਜੰਪ ਕਰ ਜੇ 3d ਦੇ ਵਿੱਚ, ਠੀਕ ਹੈ, ਇਸ ਟਾਈਮ 4 ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਆਊਟਰ ਮੋਸਟ ਜਿਹੜੀ ਸਭ ਤੋਂ ਬਾਹਰਲੇ ਸਬ ਸ਼ੈਲ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈਗੀ ਹੈ ਡੀ ਸਬ ਸ਼ੈਲ ਦੇ ਵਿੱਚ 5 ਆਰਬਿਟਲ ਹੁੰਦੇ ਨੇ ਤੇ ਆਪਾਂ ਇੱਥੇ 4 ਲਾਈਨਸ ਲਗਾ ਦਿੰਦੇ ਆਪਾਂ ਤੇ 5 ਖਾਨੇ ਹੋ ਗਏ ਨੇ ਸਾਡੇ ਕੋਲ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਜੇ ਇਲੈਕਟ੍ਰੋਨਸ ਅਰੇਂਜ ਕਰੀਏ ਤੇ 1 2 3 ਤੇ 4। ਠੀਕ ਹੈ, ਇਹ ਅਰੇਂਜਮੈਂਟ ਸਾਨੂੰ ਦਿਸ ਰਹੀ ਹੈ ਕਿ ਜਿਹਦੇ ਵਿੱਚ 4 ਖਾਨਿਆਂ ਦੇ ਵਿੱਚ ਇਲੈਕਟ੍ਰੋਨਸ ਨੇ ਤੇ ਇੱਕ ਖਾਨਾ ਜਿਹੜਾ ਉਹ ਖਾਲੀ ਹੈ। ਠੀਕ ਹੈ, ਸਮਵਟ ਅਨਸਿਮੈਟ੍ਰੀਕਲ ਅਰੇਂਜਮੈਂਟ ਹੈ ਇਲੈਕਟ੍ਰੋਨਸ ਦੀ। ਜੇ ਇੱਕ ਇਲੈਕਟ੍ਰੋਨ 4s ਤੋਂ 3d ਵੱਲ ਜੰਪ ਹੋ ਜੇ ਦੈਨ ਕੀ ਹੋਏਗਾ ਕਿ ਜਿੱਥੇ 4 ਆ ਉੱਥੇ ਆ ਜਾਣੇ 5 ਇਲੈਕਟ੍ਰੋਨਸ ਔਰ ਜਿੱਥੇ 2 ਆ ਉੱਥੇ ਆ ਜਾਣਾ 1 ਇਲੈਕਟ੍ਰੋਨ। ਮੀਨਸ ਕਿ ਸਾਡੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਜਾਣੀ 4s 1 3d 5। ਠੀਕ ਹੈ,
3d5 मीनस कि हुण इलैक्ट्रॉन पंजां दे पंजां ऑर्बिटल्स विच आ जाना। ठीक है, ये देखो एक इहो जिहा अरेंजमेंट बन गया जिहदे विच हर एक ऑर्बिटल दे विच इक्वली इलैक्ट्रॉन्स जिहड़े डिस्ट्रीब्यूट हो गए। ठीक है, मीनस कि जिहड़े पंजों दे पंजों ऑर्बिटल्स ने ਉਹਨਾਂ ਨੂੰ हर एक एक इलैक्ट्रॉन मिल गया और इस तरह की जी अरेंजमेंट बन गई है, बड़ी सिमेट्रिकल अरेंजमेंट है। सिमेट्री ऑलवेज लीड्स टू स्टेबिलिटी। ठीक है, सो इस करके यह जी इलैक्ट्रॉनिक कन्फिगरेशन है स्टेबल होने करके क्रोमियम की इलैक्ट्रॉनिक कन्फिगरेशन जी वो 4s2 3d4 की बजाय 4s1 3d5 हो जाती है। ठीक है, एनर्जी वाइज से 4s1 3d5 लिखांगे। जे आप शैल दे ऑर्डर वाइज लिखना है तो पहला तुसी थर्ड शैल वाला ऑर्बिटल लिख सकते हो 3d5 तो फिर 4s1। ठीक है, हुण 3d5 तो 4s1 वाली जी इलैक्ट्रॉनिक कन्फिगरेशन है वो देखो कि है 3d5 4s1। ठीक है, सो इट इज़ ऑप्शन ए। सो ऑप्शन ए इज़ द राइट आंसर ऑफ क्वेश्चन नंबर 2। ठीक है बेटा, नेक्स्ट कम टू क्वेश्चन नंबर 3। What would be the IUPAC name of the element with the atomic number 120? So बेटे 120 यह हैगा साडा एटॉमिक नंबर। ਜਿਹੜੇ ਸਾਰੇ ਐਲੀਮੈਂਟਸ ਜਿਨ੍ਹਾਂ ਦਾ ਐਟੋਮਿਕ ਨੰਬਰ 100 ਤੋਂ ਅਬਵ ਹੈ, ਠੀਕ ਹੈ, ਉਹਨਾਂ ਦਾ ਜਦੋਂ ਨੇਮਿੰਗ ਕਰਨੀ ਹੈ ਤਾਂ ਆਈਪਕ ਰੂਲਸ ਦੇ ਅਕੋਰਡਿੰਗ ਆਪਾਂ ਨੇਮਿੰਗ ਕਰਾਂਗੇ। ਠੀਕ ਹੈ, ਆਈਪਕ ਤੁਸੀਂ ਜਾਣਦੇ ਹੋ ਕਿ ਇੰਟਰਨੈਸ਼ਨਲੀ ਇੱਕ ਯੂਨੀਅਨ ਬਣੀ ਹੋਈ ਹੈ ਜਿਹੜੇ ਪਿਓਰ ਐਂਡ ਅਪਲਾਈਡ ਕੈਮਿਸਟਰੀ ਦੇ ਸਾਇੰਟਿਸਟ ਨੇ। ਠੀਕ ਹੈ, ਪਿਓਰ ਮੀਨਸ ਕਿ ਜਿਹੜੇ ਐਕੈਡੈਮਿਕ ਨਾਲ ਰਿਲੇਟਡ ਸਾਇੰਟਿਸਟ ਨੇ ਔਰ ਅਪਲਾਈਡ ਮੀਨਸ ਕਿ ਜਿਹੜੇ ਇੰਡਸਟਰੀ ਨਾਲ ਰਿਲੇਟਡ ਸਾਇੰਟਿਸਟ ਨੇ ਰਿਸਰਚ ਵਰਕ ਨਾਲ। ਠੀਕ ਹੈ, ਸੋ ਇੰਟਰਨੈਸ਼ਨਲ ਲੈਵਲ 'ਤੇ ਉਸ ਯੂਨੀਅਨ ਦੇ ਅਕੋਰਡਿੰਗ, ਠੀਕ ਹੈ, ਉਹ ਜਿਹੜੀ ਸਾਇੰਟੀਫਿਕ ਯੂਨੀਅਨ ਬਣੀ ਹੋਈ ਹੈ ਉਹਦੇ ਅਕੋਰਡਿੰਗ ਉਹਨਾਂ ਦੇ ਰੂਲਸ ਦੇ ਅਕੋਰਡਿੰਗ ਇਹਦੀ ਜਦੋਂ ਨੇਮਿੰਗ ਕਰਨੀ ਆ ਅਤੇ ਉਹ ਰੂਲਸ ਇਹ ਕਹਿੰਦੇ ਨੇ ਕਿ ਜਿਹੜੇ ਇਹਦੇ ਡਿਜਿਟਸ ਨੇ ਉਹਨਾਂ ਹਰ ਇੱਕ ਡਿਜਿਟ ਵਾਸਤੇ ਆਪਣਾ ਆਪਣਾ ਸਿੰਬਲ ਹੈ। ਠੀਕ ਹੈ, ਜਿਸ ਤਰ੍ਹਾਂ ਮਤਲਬ ਉਹਦਾ ਆਪਣਾ ਆਪਣਾ ਕੋਡ ਹੈਗਾ। ਜਿਸ ਤਰ੍ਹਾਂ 1 ਹੈ, 1 ਦਾ ਕੋਡ ਉਹ ਕਹਿ ਦਿੰਦੇ ਆ ਅਨ। ਠੀਕ ਹੈ, ਇਹਨੂੰ ਅਨ ਨਾ ਲਿਖੋ। 2 ਨੂੰ ਕਹਿ ਦਿੰਦੇ ਆ ਕਿ ਇਹਨੂੰ ਬਾਈ ਨਾ ਲਿਖੋ। ਜਿਸ ਤਰ੍ਹਾਂ 1 ਨੂੰ ਅਨ, 2 ਨੂੰ ਬਾਈ, 3 ਨੂੰ ਟਰਾਈ, 4 ਨੂੰ ਕੁਆਡ, 5 ਵਾਸਤੇ ਪੈਂਟ, 6 ਵਾਸਤੇ ਹੈਕਸ ਐਂਡ ਸੋ ਔਨ। ਠੀਕ ਹੈ, ਸੋ ਕੋਡਸ ਲਿਖੀ ਜਾਣੇ ਨਾਲ ਨਾਲ। 0 ਵਾਸਤੇ ਨਿਲ। ਕਹਿੰਦਾ ਇਸ ਤਰ੍ਹਾਂ ਸਾਰੇ ਕੋਡਸ ਲਿਖਣ ਤੋਂ ਬਾਅਦ ਨੇਮ ਜਿਹੜਾ ਪੂਰਾ ਹੋ ਗਿਆ ਕੋਡਸ ਤੋਂ ਬਾਅਦ ਉਹਦੇ ਪਿੱਛੇ IUM ਲਗਾ ਦਿਓ। ਠੀਕ ਹੈ, ਸੋ ਇਹ ਆ ਜਾਏਗਾ ਅਨ ਬਾਈ ਨੀਲੀਅਮ। ਠੀਕ ਹੈ, ਹੁਣ ਆਪਾਂ ਇਹ ਦੇਖਣਾ ਕਿ ਇਹ ਨਾਮ ਕਿੱਥੇ ਆ। ਅਨ ਬਾਈ ਨੀਲੀਅਮ। ਯੂ ਕੈਨ ਸੇ ਕਿ ਜਿਹੜੇ ਆਪਸ਼ਨ ਡੀ ਹੈਗੇ ਆ ਅਨ ਬਾਈ ਨੀਲੀਅਮ। ਠੀਕ ਹੈ, ਸੋ ਆਪਸ਼ਨ ਡੀ ਜਿਹੜਾ ਉਹ ਰਾਈਟ ਆਨਸਰ ਹੈ ਕੁਐਸਚਨ ਨੰਬਰ 3 ਦਾ। ਠੀਕ ਹੈ, ਨੈਕਸਟ ਬੇਟੇ ਕੁਐਸਚਨ ਹੈਗਾ 4th, ਵਿਚ ਆਫ ਦੀ ਫੋਲੋਇੰਗ ਡਸ ਨੋਟ ਮੇਕ ਸੈਂਸ। ਦੇਖੋ ਬੇਟੇ ਇਹ ਔਰਬਿਟਲਸ ਦਿੱਤੇ ਹੋਏ ਨੇ, ਔਰਬਿਟਲਸ ਕਹਿ ਲਓ ਜਾਂ ਸਬ ਸ਼ੈਲਸ ਕਹਿ ਲਓ ਇਹਨਾਂ ਨੂੰ। ਠੀਕ ਹੈ, ਇਹ ਜਿਹੜੇ ਸਬ ਸ਼ੈਲਸ ਨੇ ਡਸ ਨੋਟ ਮੇਕ ਸੈਂਸ, ਉਹੀ ਔਰਬਿਟਲ ਜਾਂ ਉਹੀ ਸਬ ਸ਼ੈਲ ਸੈਂਸ ਨਹੀਂ ਬਣਾਏਗਾ ਜਿਸ ਸਬ ਸ਼ੈਲ ਦੇ ਵਿੱਚ ਜੋ ਉਹਦੀ ਰਿਪਰੈਜ਼ੈਂਟੇਸ਼ਨ ਹੈ ਅਕੋਰਡਿੰਗ ਟੂ ਰੂਲਸ ਨਹੀਂ ਗੀ। ਠੀਕ ਹੈ, ਇਹ ਬੇਟੇ ਕੁਆਂਟਮ ਨੰਬਰਸ ਦੇ ਬੇਸ 'ਤੇ ਜਿਹੜੇ ਔਰਬਿਟਲਸ ਨੇ। ਸੋ ਇਹ ਹੈਗੇ ਨੇ, ਪਹਿਲਾਂ ਦੇ ਔਰਬਿਟਲਸ ਲਿਖ ਲਈਏ। ਔਰਬਿਟਲ ਸੀਗੇ 1s 2s 2p ਤੇ 3f। ਠੀਕ ਹੈ, ਹੁਣ ਕੁਆਂਟਮ ਨੰਬਰਸ ਦੇ ਰੂਲ ਦੇ ਅਕੋਰਡਿੰਗ ਹੈ ਕਿ ਆ ਜਿਹੜਾ ਸਾਈਡ 'ਤੇ ਲਿਖਿਆ ਹੋਇਆ n ਦੀ ਵੈਲਿਊ ਹੈ, ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਹੈ। ਠੀਕ ਹੈ, ਔਰ ਇਹ ਜਿਹੜੇ ਸਿੰਬਲਸ ਲਿਖੇ ਹੋਏ s p f d ਇਸ ਤਰ੍ਹਾਂ ਸਿੰਬਲਸ ਹੁੰਦੇ ਨੇ। ਯੂ ਨੋ ਕਿ s p d ਤੇ f ਇਹ l ਦੀਆਂ ਵੈਲਿਊਜ਼ ਨੇ। s ਵਾਸਤੇ 0 ਹੁੰਦੀ ਆ, p ਵਾਸਤੇ 1 ਹੁੰਦੀ ਆ, d ਵਾਸਤੇ 2 ਔਰ f ਵਾਸਤੇ 3। ਠੀਕ ਹੈ, ਕੁਆਂਟਮ ਨੰਬਰਸ ਦੇ ਰੂਲ ਦੇ ਅਕੋਰਡਿੰਗ ਹੈ ਕਿ ਜਿਹੜੀ l ਦੀ ਵੈਲਿਊ ਆ ਇਟ ਵੇਰੀਜ਼ ਫਰੋਮ 0 to n-1। ਸੋ ਇਹਦੀਆਂ ਜਿਹੜੀਆਂ ਵੈਲਿਊਜ਼ ਨੇ 0 ਤੋਂ ਲੈ ਕੇ n ਤੋਂ 1 ਘੱਟ ਤੱਕ ਰੁਕਣਾ ਚਾਹੀਦਾ ਹੈ। ਜਿਸ ਤਰ੍ਹਾਂ ਸਪੋਜ਼ ਕਰ ਲਓ ਇੱਥੇ n ਦੀ ਵੈਲਿਊ 1 ਹੈ ਅਤੇ l ਦੀ ਵੈਲਿਊ 0। ਜੇ n ਦੀ ਵੈਲਿਊ 2 ਹੈ ਅਤੇ l ਦੀਆਂ ਵੈਲਿਊ 2 ਪੋਸੀਬਲ ਨੇ, 0 ਜਾਂ 1 ਜਿਹੜੀ ਵੀ ਹੋਏਗੀ ਉਹ ਠੀਕ ਹੈ, ਉਹ ਠੀਕ ਹੈ। ਸੋ ਕਦੇ ਵੀ n ਅਤੇ l ਦੀਆਂ ਵੈਲਿਊਜ਼ ਬਰਾਬਰ ਨਹੀਂ ਹੋਣੀਆਂ, ਮੀਨਸ ਕਿ l ਕੈਨ ਨੈਵਰ ਬੀ ਇਕੁਅਲ ਟੂ n, ਇਹ ਹਮੇਸ਼ਾ ਉਸ ਤੋਂ ਘੱਟ ਹੋਏਗਾ। ਸੋ ਆਪਾਂ ਹੁਣ ਦੇਖਣਾ ਵੀ ਕਿਹਦੇ ਵਿੱਚ ਇਹ ਰੂਲਸ ਫੋਲੋ ਨਹੀਂ ਹੋ ਰਹੇ, ਉਹ ਆਪਾਂ ਕਹਾਂਗੇ ਇਟ ਡਜ਼ਨਟ ਮੇਕ ਸੈਂਸ। ਹੁਣ ਇਹਦੇ ਵਿੱਚ ਦੇਖੋ 1s, ਇਹਦੇ ਵਿੱਚ n ਦੀ ਵੈਲਿਊ 1 ਹੈ, l ਦੀ ਵੈਲਿਊ 0 ਹੈ, ਘੱਟ ਹੈ, ਠੀਕ ਹੈ। n ਦੀ ਵੈਲਿਊ 2 ਹੈ, l ਦੀ ਵੈਲਿਊ 0 ਹੈ, l ਦੀ ਵੈਲਿਊ ਘੱਟ n ਤੋਂ, ਇਹ ਵੀ ਠੀਕ ਹੈ। l ਦੀ ਵੈਲਿਊ n ਦੀ ਵੈਲਿਊ 2 ਹੈ, l ਦੀ ਵੈਲਿਊ 1 ਹੈ। ਠੀਕ ਹੈ, ਇਟ ਮੀਨਸ ਕਿ
ਅਜੇ ਵੀ l ਦੀ ਵੈਲਿਊ ਘੱਟ ਹੀ n ਤੋਂ, ਇਹ ਵੀ ਠੀਕ ਹੈ। ਬਟ ਆਹ ਦੇਖੋ ਇਹਦੇ ਵਿੱਚ n ਦੀ ਵੈਲਿਊ 3 ਆ ਔਰ l ਦੀ ਵੈਲਿਊ ਵੀ ਕਿੰਨੀ ਹੈ 3 ਹੈ, ਜੋ ਕਿ ਪੋਸੀਬਲ ਨਹੀਂ ਹੈ। ਠੀਕ ਹੈ, ਜੋ ਕਿ ਪੋਸੀਬਲ ਨਹੀਂ ਹੈ। l ਦੀ ਵੈਲਿਊ n ਤੋਂ ਇੱਕ ਘੱਟ ਹੋਣੀ ਚਾਹੀਦੀ ਸੀਗੀ। ਠੀਕ ਹੈ, ਸੋ ਇਸ ਕਰਕੇ 3f ਜਿਹੜਾ ਆਰਬਿਟਲ ਹੈ ਇਟ ਹੈਜ਼ ਨੋ ਸੈਂਸ। ਠੀਕ ਹੈ, ਇਟ ਇਜ਼ ਅਗੇਂਸਟ ਦੀ ਰੂਲਸ। ਸੋ ਸਾਡੇ ਕੋਲ ਕਿਹੜੀ ਆਪਸ਼ਨ ਠੀਕ ਹੈਗੀ ਹੈ ਬੇਟਾ ਇਹਦੇ ਵਿੱਚ? ਆਪਸ਼ਨ ਬੀ। ਆਪਸ਼ਨ ਬੀ ਇਜ਼ ਦੀ ਰਾਈਟ ਆਂਸਰ। ਠੀਕ ਹੈ ਜੀ। ਨੈਕਸਟ ਬੇਟੇ ਕੁਐਸਚਨ ਨੰਬਰ 5, ਵਿਚ ਐਟੋਮਿਕ ਆਰਬਿਟਲ ਇਜ਼ ਸਫੈਰਿਕਲ ਇਨ ਸ਼ੇਪ। ਬੇਟੇ ਸਾਰੇ ਹੀ s ਆਰਬਿਟਲ ਜਿਹੜੇ ਨੇ ਉਹ ਭਾਵੇਂ 1s ਹੈ, ਮੀਨਸ ਕਿ ਫਸਟ ਸ਼ੈਲ ਨੂੰ ਬਿਲੋਂਗ ਕਰਦਾ ਹੈ, ਭਾਵੇਂ 2s ਹੈ ਉਹ ਸੈਕੰਡ ਸ਼ੈਲ ਨੂੰ ਬਿਲੋਂਗ ਕਰਦਾ ਹੈ, ਉਹ ਸਾਰੇ s ਵਾਲੇ ਜਿਹੜੇ ਉਹ ਸਫੈਰਿਕਲ ਸ਼ੇਪ ਦੇ ਹੁੰਦੇ ਨੇ, 1s 2s 3s 4s ਐਂਡ ਸੋ ਔਨ। ਠੀਕ ਹੈ, ਸਾਨੂੰ ਪਤਾ ਕਿ ਸਾਰੇ p ਵਾਲੇ ਜੇ ਆ ਜਾਂਦੇ ਉਹ ਡੰਬੈਲ ਹੁੰਦੇ ਨੇ। ਠੀਕ ਹੈ ਜੀ, ਸੋ ਐਂਡ ਸੋ ਔਨ। ਠੀਕ ਹੈ, ਸੋ ਹੁਣ ਸਫੈਰਿਕਲ ਕਿਹਾ ਵਾ ਤੇ ਉਹ ਆ ਜਾਏਗਾ 2s। 2s ਦੀ ਜਗ੍ਹਾ 3s ਹੁੰਦਾ 4s ਹੁੰਦਾ, ਉਹ ਵੀ ਜਿਹੜੇ ਸਫੈਰਿਕਲ ਸ਼ੇਪ ਦੇ ਹੋਣੇ ਸੀਗੇ। ਠੀਕ ਹੈ, ਨੈਕਸਟ ਕੁਐਸਚਨ ਜਿਹੜਾ ਹੈਗਾ 6, ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਦੀ ਇਲੈਕਟ੍ਰੋਨ ਇਜ਼ ਇਨਕਰੈਕਟ। ਇਲੈਕਟ੍ਰੋਨ ਦੇ ਹਿਸਾਬ ਨਾਲ ਕਿਹੜੀ ਸਟੇਟਮੈਂਟ ਠੀਕ ਨਹੀਂ ਹੈਗੀ? ਪਹਿਲਾ ਹੈਗਾ ਇਟ ਇਜ਼ ਨੈਗੇਟਿਵਲੀ ਚਾਰਜ ਪਾਰਟੀਕਲ, ਇਹ ਬਿਲਕੁਲ ਠੀਕ ਹੈ, ਇਲੈਕਟ੍ਰੋਨ ਦੇ ਉੱਪਰ ਨੈਗੇਟਿਵ ਚਾਰਜ ਹੁੰਦਾ ਹੈ। ਠੀਕ ਹੈ, ਜੇ ਆਪਾਂ ਸੀ ਆਪਸ਼ਨ ਦੇਖੀਏ ਇਟ ਇਜ਼ ਅ ਬੇਸਿਕ ਕੌਨਸਟੀਟਿਊਐਂਟ ਆਫ ਆਲ ਐਲੀਮੈਂਟਸ, ਬਿਲਕੁਲ ਠੀਕ ਹੈ, ਸਾਰੇ ਤਰ੍ਹਾਂ ਦੇ ਐਲੀਮੈਂਟਸ, ਸਾਰੇ ਤਰ੍ਹਾਂ ਦੇ ਐਟਮਸ। ਠੀਕ ਹੈ, ਭਾਵੇਂ ਉਹ ਆਰਗਨ ਆ, ਭਾਵੇਂ ਪੋਟਾਸ਼ੀਅਮ ਹੈ, ਸੋਡੀਅਮ ਹੈ, ਪੀਰੀਓਡਿਕ ਟੇਬਲ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਸਾਰੇ ਐਟਮਸ ਦੇ ਵਿੱਚ ਜਿਹੜੀ ਬੇਸਿਕ ਚੀਜ਼ ਹੈ, ਮਤਲਬ ਉਹ ਇਲੈਕਟ੍ਰੋਨ ਤੋਂ ਤਾਂ ਬਣੇ ਹੋਏ ਨੇ ਨਾ ਸਾਰੇ। ਇਲੈਕਟ੍ਰੋਨਸ ਵੱਧ ਘੱਟ ਹੋ ਸਕਦੇ ਨੇ ਬਟ ਬੇਸਿਕ ਜਿਹੜਾ ਉਹਦਾ ਫੰਡਾਮੈਂਟਲ ਪਾਰਟੀਕਲ ਇਲੈਕਟ੍ਰੋਨ ਹੈਗਾ, ਪ੍ਰੋਟੋਨ ਹੈਗੇ ਨੇ। ਠੀਕ ਹੈ, ਇਹਨਾਂ ਨੂੰ ਆਪਾਂ ਫੰਡਾਮੈਂਟਲ ਪਾਰਟੀਕਲਸ ਕਹਿੰਦੇ ਹਾਂ। ਸੋ ਇਹ ਵੀ ਸਟੇਟਮੈਂਟ ਬਿਲਕੁਲ ਠੀਕ ਹੈ ਜੀ, ਇਟ ਇਜ਼ ਅ ਬੇਸਿਕ ਕੌਨਸਟੀਟਿਊਐਂਟ ਆਫ ਆਲ ਐਟਮਸ। ਡੀ ਜਿਹੜੀ ਹੈ ਇਟ ਇਜ਼ ਅ ਕੌਨਸਟੀਟਿਊਐਂਟ ਆਫ ਕੈਥੋਡ ਰੇਜ਼, ਬਿਲਕੁਲ ਠੀਕ ਹੈ, ਕੈਥੋਡ ਵਾਲੀ ਸਾਈਡ ਤੋਂ ਜਿਹੜੀਆਂ ਰੇਜ਼ ਆਉਂਦੀਆਂ ਨੇ, ਠੀਕ ਹੈ, ਉਹ ਆਪਾਂ ਕੀ ਕਹਿੰਦੇ ਕੈਥੋਡ ਰੇਜ਼ ਕੀ ਨੇ? ਦੀਜ਼ ਆਰ ਦੀ ਫਾਸਟ ਮੂਵਿੰਗ ਇਲੈਕਟ੍ਰੋਨਸ, ਇਟ ਇਜ਼ ਅ ਬੀਮ ਆਫ ਫਾਸਟ ਮੂਵਿੰਗ ਇਲੈਕਟ੍ਰੋਨਸ। ਠੀਕ ਹੈ, ਸੋ ਇਹ ਵੀ ਸਟੇਟਮੈਂਟ ਠੀਕ ਹੈ। ਇਨਕਰੈਕਟ ਆਪਾਂ ਲੱਭਣੀ ਆ, ਉਹ ਦੇਖੋ ਬੀ ਆਪਸ਼ਨ, ਉਹ 'ਚ ਕਹਿੰਦਾ ਦੀ ਮਾਸ ਆਫ ਇਲੈਕਟ੍ਰੋਨ ਇਜ਼ ਇਕੁਅਲ ਟੂ ਦੈਟ ਟੂ ਦੀ ਮਾਸ ਆਫ ਨਿਊਟਰੋਨ। ਇਹ ਗਲਤ ਹੈ, ਬਿਕੋਜ਼ ਕਿ ਨਿਊਟਰੋਨ ਜਿਹੜਾ ਉਹ ਹੈਵੀ ਹੁੰਦਾ, ਕਾਫੀ ਹੈਵੀ ਹੁੰਦਾ ਐਜ਼ ਕੰਪੇਅਰ ਟੂ ਇਲੈਕਟ੍ਰੋਨ। ਸੋ ਸਟੇਟਮੈਂਟ ਜਿਹੜੀ ਬੀ ਹੈ ਉਹ ਇਸ ਕੁਐਸਚਨ ਦਾ ਰਾਈਟ ਆਂਸਰ ਹੈ। ਠੀਕ ਹੈ, ਕੁਐਸਚਨ ਨੰਬਰ 7, the number of electrons in a neutral atom of an element is equal to its, the number of electrons in a neutral atom। ਠੀਕ ਹੈ, ਨਿਊਟਰਲ ਐਟਮ ਦੇ ਵਿੱਚ ਸਾਨੂੰ ਪਤਾ ਹੈ ਕਿ ਜਿੰਨਾ ਪੋਜ਼ਿਟਿਵ ਚਾਰਜ ਹੈ ਉਨਾ ਹੀ ਨੈਗੇਟਿਵ ਚਾਰਜ ਹੋਏਗਾ, ਇਲੈਕਟ੍ਰੋਨਸ ਦੇ ਕਰਕੇ ਨੈਗੇਟਿਵ ਚਾਰਜ ਹੋਣਾ। ਇਸ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਨਿਊਟਰਲ ਐਟਮ ਦੇ ਵਿੱਚ ਜਿੰਨੇ ਇਲੈਕਟ੍ਰੋਨਸ ਨੇ ਉਨੇ ਹੀ ਪ੍ਰੋਟੋਨਸ ਹੋਣਗੇ। ਠੀਕ ਹੈ, ਹੁਣ ਜਿੰਨੇ ਪ੍ਰੋਟੋਨਸ ਹੋਣਗੇ ਤੇ ਨੰਬਰ ਆਫ ਪ੍ਰੋਟੋਨਸ ਇਜ਼ ਇਕੁਅਲਸ ਟੂ ਐਟੋਮਿਕ ਨੰਬਰ। ਠੀਕ ਹੈ ਜੀ, ਇਹਦਾ ਮਤਲਬ ਹੈ ਕਿ ਨਿਊਟਰਲ ਐਟਮ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਕਿਹਦੇ ਇਕੁਅਲ ਹੋ ਗਏ? ਨੰਬਰ ਆਫ ਪ੍ਰੋਟੋਨਸ ਦੇ, ਐਂਡ ਇਕੁਅਲ ਟੂ ਐਟੋਮਿਕ ਨੰਬਰ। ਸੋ ਬੀ ਇਜ਼ the right answer of question number 7. Next come to question number 8. The isotopes of an element have, but isotopes ਦੀ definition ਆਪਾਂ recall ਕਰੀਏ ਤਾਂ isotopes ਦਾ ਮਤਲਬ ਹੈ same atomic number with different mass number। ਠੀਕ ਹੈ ਜੀ, ਸੋ ਇਹ 'ਚ same atomic number B option। ਜਿਹੜੀਆਂ ਬਾਕੀ ਆਪਸ਼ਨ ਸੀਗੀਆਂ ਸੇਮ ਨੰਬਰ ਆਫ ਨਿਊਟਰੋਨਸ ਉਹਨਾਂ ਨੂੰ ਆਈਸੋਟੋਨਸ ਬੋਲਦੇ ਆ, ਸੇਮ ਮਾਸ ਨੰਬਰ ਵਾਲੇ ਨੂੰ ਆਈਸੋਬਾਰਸ ਬੋਲਦੇ ਆ। ਠੀਕ ਹੈ, ਐਂਡ ਦ ਲਾਸਟ ਵਨ ਵਾਜ਼ ਨਨ ਆਫ ਥੀਸ। ਸੋ ਰਾਈਟ ਆਂਸਰ ਕੀ ਆਏਗਾ ਇਹਦਾ? ਸੇਮ ਐਟੋਮਿਕ ਨੰਬਰ। ਠੀਕ ਹੈ ਜੀ, ਦੈਨ ਕਮ ਟੂ ਕੁਐਸਚਨ ਨੰਬਰ 9। According to law of conservation of mass, mass of reactants will be equal to that of products। ठीक है, so B is the right answer of question number 9. Question number 10. The number of radial nodes for 3p orbital is, radial nodes ਜਿਹੜੀਆਂ ਨੇ ਉਹਨਾਂ ਦਾ ਫਾਰਮੂਲਾ ਹੁੰਦਾ ਬੇਟੇ n minus l minus 1। ਸੋ 3p ਦੇ ਵਿੱਚ n ਦੀ ਵੈਲਿਊ ਕਿੰਨੀ ਹੈ? 3। l ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਾ ਕਿ s ਵਾਸਤੇ 0 ਔਰ p ਵਾਸਤੇ 1 ਤੇ ਫਾਰਮੂਲੇ 'ਚ ਇੱਕ -1, ਇਹ ਕਿੰਨਾ ਆ ਜਾਏਗਾ? 3 - 1 - 1 1। ਠੀਕ ਹੈ, 3 - 2 = 1। ਸੋ ਰੇਡੀਅਲ ਨੋਡਸ ਕਿੰਨੇ ਆਉਣੇ ਆ 3p ਦੇ ਵਿੱਚ? ਡੀ ਆਪਸ਼ਨ 1 ਆਏਗੀ। ਠੀਕ ਹੈ ਜੀ, ਸੋ ਡੀ ਇਜ਼ ਦੀ ਰਾਈਟ ਆਂਸਰ। ਨੈਕਸਟ ਕੁਐਸਚਨ ਨੰਬਰ 11। Bohr's model can explain
देखो बेटा बोहर्स मॉडल जिहड़ा है ਉਹ ਹਾਈਡਰੋਜਨ ਆਪਾਂ ਜਨਰਲੀ ਪੜ੍ਹਦੇ ਕਿ ਹਾਈਡਰੋਜਨ ਸਪੈਕਟਰਾ ਨੂੰ ਐਕਸਪਲੇਨ ਕਰਦਾ ਹੈ। ਠੀਕ ਹੈ, ਹਾਈਡਰੋਜਨ ਕੀ ਹੈ? 1 ਇਲੈਕਟ੍ਰੋਨ ਸਿਸਟਮ ਹੈ। ਹਾਈਡਰੋਜਨ ਐਟਮ ਦੇ ਵਿੱਚ 1 ਇਲੈਕਟ੍ਰੋਨ ਹੈ ਨਾ। ਸੋ ਹਾਈਡਰੋਜਨ, ਜਿਵੇਂ ਹਾਈਡਰੋਜਨ ਦੇ ਵਿੱਚ 1 ਇਲੈਕਟ੍ਰੋਨ, ਇਸ ਤਰ੍ਹਾਂ ਹੀ ਉਹ ਸਾਰੇ ਹੀ ਆਇਨਸ ਜਿਨ੍ਹਾਂ ਦੇ ਵਿੱਚ 1 ਇਲੈਕਟ੍ਰੋਨ ਹੋਏਗਾ, ਉਹਨਾਂ ਸਾਰੇ ਹੀ ਆਇਨਸ ਨੂੰ ਬੋਹਰਸ ਮੋਡਲ ਜਿਹੜਾ ਐਕਸਪਲੇਨ ਕਰ ਸਕਦਾ ਹੈ। ਬੋਹਰਸ ਮੋਡਲ ਉਹਨਾਂ ਸਾਰੇ ਹੀ ਆਇਨਸ ਨੂੰ ਦੇ ਸਪੈਕਟਰਾ ਨੂੰ ਐਕਸਪਲੇਨ ਕਰ ਸਕਦਾ ਹੈ। ਜਿਵੇਂ ਬੇਟਾ ਹੀਲੀਅਮ ਹੈ, ਹੀਲੀਅਮ ਦੇ ਵਿੱਚ ਅਦਰਵਾਈਜ਼ ਨਿਊਟਰਲ ਐਟਮ ਦੇ ਵਿੱਚ 2 ਇਲੈਕਟ੍ਰੋਨਸ ਹੁੰਦੇ ਨੇ, ਜੇ ਆਪਾਂ 1 ਪੋਜ਼ਿਟਿਵ ਕਹਿ ਦਈਏ ਇਹਦੇ ਵਿੱਚ 1 ਇਲੈਕਟ੍ਰੋਨ ਹੋਏਗਾ। ਲੀਥੀਅਮ ਹੈ, ਲੀਥੀਅਮ ਦੇ ਅੰਦਰ ਵਿੱਚ ਅਦਰਵਾਈਜ਼ 3 ਇਲੈਕਟ੍ਰੋਨਸ ਹੁੰਦੇ ਨੇ, 3 ਦਾ ਐਟੋਮਿਕ ਨੰਬਰ, ਬਟ ਇਹਦੇ 2 ਪੋਜ਼ਿਟਿਵ ਕਰ ਦਈਏ ਤੇ 2 ਇਲੈਕਟ੍ਰੋਨਸ ਨਿਕਲ ਗਏ, 1 ਇਲੈਕਟ੍ਰੋਨ ਹੈ। ਸੋ ਹਾਈਡਰੋਜਨ ਦੇ ਨਾਲ ਨਾਲ ਹੀਲੀਅਮ 1 ਪੋਜ਼ਿਟਿਵ, ਲੀਥੀਅਮ 2 ਪੋਜ਼ਿਟਿਵ, ਸੇਮ ਬਰੀਲੀਅਮ ਦੇ ਵਿੱਚ 4 ਇਲੈਕਟ੍ਰੋਨਸ ਨੇ, 3 ਪੋਜ਼ਿਟਿਵ, 3 ਵਿੱਚੋਂ ਕੱਢ ਦਿਓ, ਇਹ ਸਾਰੇ ਹੀ 1 ਇਲੈਕਟ੍ਰੋਨ ਸਿਸਟਮ ਬਣ ਗਏ। ਤੇ ਬੋਹਰਸ ਮੋਡਲ ਜਿਹੜਾ ਵਾ ਇਟ ਕੈਨ ਐਕਸਪਲੇਨ ਦੀ ਸਪੈਕਟਰਾ ਆਫ ਆਲ ਥੀਸ kind of species which include neutral atom of atomic number 1 containing 1 electron as well as all the ions which contain 1 electron. So ਇਹਦਾ ਜਿਹੜਾ right answer ਹੈਗਾ ਬੇਟੇ a spectrum of an atom or ion containing 1 electron only. ਠੀਕ ਹੈ, ਸੋ ਇਹਦਾ right answer ਹੈ answer B. Question number 12. Number of significant figures in the number are. देखो बेटा ये नंबर हैगा 1.065। ठीक है जी, और देखो बेटा अकॉर्डिंग टू रूल्स ऑफ सिग्निफिकेंट फिगर्स ऑल द नॉन जीरो डिजिट्स आर सिग्निफिकेंट। इट मीन्स 1, 6 and 5 are significant and zeros between the non zero digits that is 1 and 6 ਦੇ ਵਿਚਕਾਰ 0 ਆ ਗਿਆ ਨਾ, it is also significant। ठीक है, it means कि all the digits containing this number which are present in this number they all are significant। So 1, 2, 3 and 4। So number of significant figures किन्ने आ गए दे विच 4। It means B is the right answer। Next question, the Abba's principle states that, देखो Abba principle ਦੇ according है कि ਜਦੋਂ ਵੀ ਆਪਾਂ ਇਲੈਕਟ੍ਰੋਨਸ ਫਿਲ ਕਰਨੇ ਕਿਸੇ ਐਟਮ ਦੇ ਵਿੱਚ ਤੇ ਆਪਾਂ ਇਹ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾਂ ਕਿ ਜਿਹੜਾ ਸਭ ਤੋਂ ਘੱਟ એનર્ਜੀ ਵਾਲਾ ਆਰਬਿਟਲ ਆ ਉਹਦੇ ਵਿੱਚ ਪਹਿਲਾਂ ਇਲੈਕਟ੍ਰੋਨ ਫਿਲ ਕਰੋ। ਜਦੋਂ ਉਹ ਪੂਰੀ ਤਰ੍ਹਾਂ ਭਰ ਜੇ ਉਸ ਤੋਂ ਬਾਅਦ ਨੈਕਸਟ ਆਰਬਿਟਲ ਦੇ ਵਿੱਚ ਇਲੈਕਟ੍ਰੋਨ ਫਿਲ ਕਰੋ ਐਂਡ ਸੋ ਔਨ। ਠੀਕ ਹੈ, ਸੋ ਇਹ ਸਟੇਟਮੈਂਟ ਜਿਹੜੀ ਆ ਇਹ ਹੈਗੀ ਆ B, ਇਲੈਕਟ੍ਰੋਨਸ ਐਂਟਰ ਦੀ ਲੋਐਸਟ ਅਵੇਲੇਬਲ એનર્ਜੀ ਲੈਵਲ। ਠੀਕ ਹੈ ਜੀ, ਬਾਕੀ ਜਿਹੜੀ ਫਸਟ ਦਿੱਤੀ ਹੋਈ ਹੈ ਓਨਲੀ 2 ਇਲੈਕਟ੍ਰੋਨਸ ਕੈਨ ਆਕੂਪਾਈ ਐਨ ਆਰਬਿਟਲ, ਇਹ ਪੌਲੀਜ਼ ਐਕਸਕਲੂਜਨ ਪ੍ਰਿੰਸੀਪਲ ਹੈ। ਇਲੈਕਟ੍ਰੋਨਸ ਰਿਮੇਨ ਅਨਪੇਅਰਡ ਇਨ ਇਫ ਪੋਸੀਬਲ, ਇਹ ਹੋਨਸ ਰੂਲ ਹੈ। Orbitals are regions in space where one is likely to find an electron। ऑर्बिटल ਦੀ ਇੱਕ ਡੈਫੀਨੇਸ਼ਨ ਹੈ, ਸ਼੍ਰੋਡਿੰਜਰ ਵੇਵ ਇਕੁਏਸ਼ਨ ਦੇ ਬੇਸਡ ਅਪ ਇਹਨੂੰ ਜਿਹੜਾ ਇੰਟਰਪ੍ਰੀਟ ਕੀਤਾ ਹੈ। ਠੀਕ ਹੈ, ਸੋ ਬਾਕੀ ਵੀ ਮਤਲਬ ਜਿਹੜੇ ਆਪਸ਼ਨਸ ਨੇ ਉਹ ਨਾਲ ਦੀ ਨਾਲ ਆਪਾਂ ਥੋੜ੍ਹਾ ਬਹੁਤ ਉਹਨਾਂ ਨੂੰ ਵੀ ਐਨਾਲਿਸਿਸ ਕਰੀ ਜਾਂਦੇ ਹਾਂ, ਕਿਉਂਕਿ ਸਾਡੇ ਮਤਲਬ ਇਹਦੇ ਵਿੱਚੋਂ ਵੀ ਕਈ ਕਨਸੈਪਟ ਜਿਹੜੇ ਇਵੋਲਵ ਹੋ ਸਕਦੇ ਨੇ, ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਮਤਲਬ ਭੁੱਲੀਆਂ ਵਿਸਰੀਆਂ ਜਿਹੜੀਆਂ ਨੇ ਉਹ ਵੀ ਯਾਦ ਆ ਸਕਦੀਆਂ ਨੇ। ਸੋ ਹੁਣ ਇਹਦਾ ਇਸ ਕੁਐਸਚਨ ਦਾ ਆਨਸਰ ਜਿਹੜਾ B ਹੈ। ਨੈਕਸਟ ਕੁਐਸਚਨ ਜਿਹੜਾ ਵਾ 14th question, who discovered electron। ਸੋ ਜਿਹੜੇ ਕੁਐਸਚਨ ਪੇਪਰ ਦੇ ਵਿੱਚ ਕੁਝ ਜਿਹੜੇ ਤੁਹਾਨੂੰ ਕੁਐਸਚਨਸ ਜਿਹੜੇ ਨੇ ਉਹ ਫੈਕਚੁਅਲ ਬੇਸਡ ਵੀ ਹੁੰਦੇ ਨੇ, ਮੀਨਸ ਕਿ ਸਿੱਧਾ ਹੀ ਉਹਦਾ ਜਿਹੜਾ 1 ਵਰਡ ਆਨਸਰ ਹੋਣਾ ਵਾ ਉਹ ਸਿੱਧਾ ਹੀ ਮਤਲਬ ਤੁਹਾਡਾ ਫੈਕਟਸ ਦੇ ਅਕੋਰਡਿੰਗ ਹੀ ਉਹਦਾ ਆਨਸਰ ਹੋਣਾ, ਕੁਝ ਕੋਈ ਜ਼ਿਆਦਾ ਕਨਸੈਪਟ ਨਹੀਂ ਲੱਗਣਾ, ਮਤਲਬ ਯਾਦ ਹੀ ਕੀਤਾ ਹੋਏਗਾ ਉਸ ਚੀਜ਼ ਨੂੰ ਤੇ ਤੁਸੀਂ ਉਹਦਾ ਆਨਸਰ ਦੇ ਸਕਦੇ ਹੋ। ਸੋ ਵੀ ਨੋ ਕਿ ਜੇ ਥੋਮਸਨ ਐਕਸਪੈਰੀਮੈਂਟ ਹੈ ਜਿਹਦੇ ਬੇਸਡ ਉਹ ਇਲੈਕਟ੍ਰੋਨ ਦੀ ਡਿਸਕਵਰੀ ਹੋਈ ਸੀਗੀ। ਸੋ ਇਹਦਾ ਜਿਹੜਾ B ਇਜ਼ ਇਟਸ ਰਾਈਟ ਆਨਸਰ। ਠੀਕ ਹੈ, ਸੋ B ਇਹਦਾ ਰਾਈਟ ਆਨਸਰ ਹੈ। ਅੱਗੇ ਬੇਟੇ ਕੁਐਸਚਨ ਨੰਬਰ ਜਿਹੜਾ 15th, ਵਿਚ ਆਫ ਦੀ ਫੋਲੋਇੰਗ ਹੈਜ਼ ਅ ਪੋਜ਼ਿਟਿਵ ਚਾਰਜ। ਪੋਜ਼ਿਟਿਵ ਚਾਰਜ ਦੇਖੋ ਬੇਟਾ ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੈ। 9 ਇੱਕ ਇਸ ਤਰ੍ਹਾਂ ਦਾ ਸਪੀਸ਼ੀਜ਼ ਜਿਹਦੇ ਉੱਪਰ ਨੈਗੇਟਿਵ ਚਾਰਜ ਹੁੰਦਾ ਵਾ, ਜਿਸ ਤਰ੍ਹਾਂ ਕਿਸੇ ਐਟਮ ਦੇ ਵਿੱਚ ਐਕਸਟਰਾ ਇਲੈਕਟ੍ਰੋਨ ਆ ਜਾਏ ਤਾਂ ਉਹ 9 ਬਣ ਜਾਂਦਾ। ਨਿਊਟਰੋਨ ਦੇ ਵਿੱਚ ਕੋਈ ਚਾਰਜ ਨਹੀਂ ਹੁੰਦਾ। ਸੋ ਪੋਜ਼ਿਟਿਵ ਚਾਰਜ ਕਿਹਦੇ ਉੱਪਰ ਹੁੰਦਾ ਇਹ ਤੁਸੀਂ ਜਾਣਦੇ ਹੋ, ਪ੍ਰੋਟੋਨ ਦੇ ਉੱਪਰ। ਠੀਕ ਹੈ, ਵਿਚ ਆਫ ਦੀ ਫੋਲੋਇੰਗ ਟਰਮ ਇਜ਼ ਯੂਨਿਟਲੈਸ। ਦੇਖੋ ਬੇਟਾ ਯੂਨਿਟਲੈਸ ਕੁਆਂਟਿਟੀ ਜਦੋਂ ਵੀ ਆਏ ਇੱਕ ਨਿਸ਼ਾਨੀ ਯਾਦ ਰੱਖੋ ਕਿ ਜਿਹੜੀ ਵੀ ਕੁਆਂਟਿਟੀ ਦੇ ਵਿੱਚ ਫਰੈਕਸ਼ਨ ਆ ਗਿਆ, ਫਰੈਕਸ਼ਨ ਦਾ ਮਤਲਬ ਇੱਕ ਟਰਮ ਉੱਪਰ ਇੱਕ ਨੀਚੇ ਹੋਏਗੀ, ਔਰ ਉਹਨਾਂ ਦੀ ਫਰੈਕਸ਼ਨ ਤਾਂ ਹੀ ਕੱਢੀ ਹੋਏਗੀ ਜਦੋਂ ਉਹਦੇ ਯੂਨਿਟ ਸੇਮ ਹੋਣਗੇ। ਠੀਕ ਹੈ, ਉਹਦੇ ਯੂਨਿਟਸ ਕੈਂਸਲ ਹੋ ਜਾਂਦੇ ਨੇ। ਜਿਸ ਤਰ੍ਹਾਂ ਆਪਾਂ ਮੋਲ ਫਰੈਕਸ਼ਨ ਦੀ ਗੱਲ ਕਰੀਏ ਤੇ ਮੋਲ ਫਰੈਕਸ਼ਨ ਦੇ ਵਿੱਚ ਜਿਹੜੀ ਸਪੀਸ਼ੀਜ਼ ਆਪਾਂ ਮੋਲ ਫਰੈਕਸ਼ਨ ਫਾਈਂਡ ਕਰਨੀ ਉੱਪਰ ਉਹਦੇ ਮੋਲਸ ਲਿਖੋ ਬਟਾ ਟੋਟਲ ਨੰਬਰ ਆਫ ਮੋਲਸ। ਸੋ ਮੋਲਸ ਨਾਲ ਕੈਂਸਲ ਹੋ ਜਾਣੇ ਆ। ਇਟ ਮੀਨਸ ਕਿ ਇਹਦਾ ਜਿਹੜਾ ਰਾਈਟ ਆਨਸਰ, ਬਾਕੀ ਸਾਰੇ ਜਿਸ ਤਰ੍ਹਾਂ ਮੋਲੈਲਿਟੀ ਹੈ, ਮੋਲੈਰਿਟੀ ਹੈਗੀ ਹੈ, ਨੋਰਮੈਲਿਟੀ, ਇਹਨਾਂ ਦੇ ਕੋਈ ਨਾ ਕੋਈ ਯੂਨਿਟਸ ਹੋਣਗੇ। ਜਿਸ ਤਰ੍ਹਾਂ ਮੋਲੈਰਿਟੀ ਹੈ ਉੱਪਰ ਨੰਬਰ ਆਫ ਮੋਲਸ ਬਟਾ ਵੋਲਿਊਮ ਪਰ ਲੀਟਰ ਹੈ ਨਾ, ਸੋ ਮੋਲਸ ਪਰ ਲੀਟਰ ਆ ਜਾਣਗੇ। ਮੋਲੈਲਿਟੀ ਹੈਗੀ ਹੈ ਉੱਪਰ ਨੰਬਰ ਆਫ ਮੋਲਸ ਬਟਾ ਵੇਟ ਆਫ ਸੋਲਵੈਂਟ, ਸੋ ਪਰ ਕੇਜੀ ਹੈ ਨਾ, ਮੋਲਸ ਪਰ ਕੇਜੀ ਆ ਸਕਦੇ ਯੂਨਿਟ।
नॉर्मैलिटी हैगी नंबर ऑफ ग्राम इक्विवेलेंट्स पर लीटर, ठीक है। सो उन्होंने सारे कोई ना कोई यूनिट्स ने, और यूनिट लैस क्वांटिटी किहड़ी होएगी, मोल फ्रैक्शन। सो मोल फ्रैक्शन इज द राइट आंसर, ठीक है जी। अगला क्वेश्चन है बेटे Mg2 पॉजिटिव इज आइसोइलैक्ट्रॉनिक विद। सो पहला तो आप Mg2 आइसोइलैक्ट्रॉन का मतलब कि ਜਿਹਦੇ ਵਿੱਚ ਇਹਦੇ ਜਿੰਨੇ ਇਲੈਕਟ੍ਰੋਨਸ ਨੇ। ਮੈਗਨੀਸ਼ੀਅਮ ਦਾ ਉਹਦਾ ਐਟੋਮਿਕ ਨੰਬਰ ਹੈ 12 ਹੈਗਾ, ਠੀਕ ਹੈ। 2 ਪੋਜ਼ਿਟਿਵ ਮੀਨਸ ਕਿ 2 ਇਲੈਕਟ੍ਰੋਨਸ ਹੈਜ਼ ਬੀਨ ਰਿਮੂਵਡ, ਠੀਕ ਹੈ। ਸੋ ਉਸ ਤਰ੍ਹਾਂ 12 ਹੁੰਦੇ ਆ, ਅਤੇ ਜਦੋਂ ਇਹਦੇ ਵਿੱਚ 2 ਇਲੈਕਟ੍ਰੋਨਸ ਘਟਾਤੇ ਅਤੇ ਦੈਨ ਕਿੰਨੇ ਰਹਿ ਗਏ, 10, ਠੀਕ ਹੈ। ਹੁਣ ਦੇਖੋ ਕਿ 10 ਇਲੈਕਟ੍ਰੋਨਸ ਕਿਹਦੇ ਵਿੱਚ ਹੋਣਗੇ। 10 ਇਲੈਕਟ੍ਰੋਨ ਸੋਡੀਅਮ ਦੀ ਗੱਲ ਹੈ। ਸੋਡੀਅਮ ਦੇ ਇਹਦੇ ਜਿਹੜਾ ਨਿਊਟਰਲ ਐਟਮ ਹੈਗਾ ਇਹਦੇ ਵਿੱਚ 11 ਇਲੈਕਟ੍ਰੋਨਸ ਹੋਣਗੇ, ਅਤੇ 1 ਪੋਜ਼ਿਟਿਵ ਮੀਨਸ 1 ਇਲੈਕਟ੍ਰੋਨ ਘਟਾਇਆ ਹੋਇਆ, ਤਾਂ ਕਿੰਨੇ ਰਹਿ ਗਏ, 10। ਸੋ ਮੈਗਨੀਸ਼ੀਅਮ 2 ਪੋਜ਼ਿਟਿਵ ਦੇ ਵਾਂਗ 10 ਇਲੈਕਟ੍ਰੋਨਸ ਕਿਹਦੇ 'ਚ ਨੇ, ਸੋਡੀਅਮ ਦੇ ਵਿੱਚ। ਇਟ ਮੀਨਸ ਕਿ ਮੈਗਨੀਸ਼ੀਅਮ 2 ਪੋਜ਼ਿਟਿਵ ਇਜ਼ ਆਈਸੋਇਲੈਕਟ੍ਰੋਨਿਕ ਵਿਦ Na1 ਪੋਜ਼ਿਟਿਵ। ਸੋ B is its right answer. Question number 18, which one of the following substances is not a mixture? ਠੀਕ ਹੈ, ਜਿਹੜੀ ਪਿਓਰ ਫਾਰਮ ਦੇ ਵਿੱਚ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ, ਸੀ ਵਾਟਰ, ਇਹ ਵੀ ਕਈ ਚੀਜ਼ਾਂ ਦਾ ਮਿਕਸਚਰ ਹੈ। ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਨਮਕ ਹੁੰਦਾ ਇਹਦੇ ਵਿੱਚ, ਠੀਕ ਹੈ। ਸੋਇਲ ਇਜ਼ ਅ ਮਿਕਸਚਰ ਆਫ ਵੇਰੀਅਸ ਮਿਨਰਲਸ, ਏਅਰ ਇਜ਼ ਅ ਮਿਕਸਚਰ ਆਫ ਗੈਸਿਸ। ਸੋ ਵੀ ਆਰ ਲੈਫਟ ਵਿਦ 24 ਕੈਰਟ ਗੋਲਡ। ਜਿਹੜਾ 100% ਗੋਲਡ ਆ ਉਹਨੂੰ 24 ਕੈਰਟ ਬੋਲਿਆ ਜਾਂਦਾ ਹੈ। ਅਤੇ ਬੇਟੇ ਆਮ ਜੁਐਲਰੀ ਦੇ ਵਿੱਚ ਜਿਹੜਾ ਗੋਲਡ ਆਪਾਂ ਜ਼ਿਆਦਾਤਰ ਦੇਖਦੇ ਹਾਂ ਜਾਂ ਵਰਤਦੇ ਹਾਂ ਉਹ ਹੈਗਾ 22 ਕੈਰਟ, ਠੀਕ ਹੈ। 22 ਕੈਰਟ ਦਾ ਮਤਲਬ ਹੁੰਦਾ ਵਾ ਵੀ ਕੁਝ ਉਹਦੇ ਵਿੱਚ ਪੋਰਸ਼ਨ ਜਿਹੜਾ ਬਾਕੀ ਮੈਟਲਸ ਦਾ ਮਿਲਾਇਆ ਹੁੰਦਾ। ਪਿਓਰ, ਬਿਲਕੁਲ ਪਿਓਰ ਜਿਹੜਾ ਸੋਨਾ ਹੈ ਬਹੁਤ ਸੌਫਟ ਹੁੰਦਾ ਹੈ, ਉਹਦੇ ਔਰਨਾਮੈਂਟਸ ਇਸ ਕਰਕੇ ਨਹੀਂ, ਉਹਨੂੰ ਆਪਾਂ ਜੁਐਲਰੀ ਵਾਸਤੇ ਯੂਜ਼ ਨਹੀਂ ਕਰ ਸਕਦੇ, ਹੈਂਡਲ ਕਰਨਾ ਡਿਫੀਕਲਟ ਹੋਏਗਾ, ਠੀਕ ਹੈ। ਬਟ ਸੋ ਇਸ ਕਰਕੇ ਥੋੜ੍ਹਾ ਬਹੁਤ ਵਿੱਚ ਮਿਕਸਿੰਗ ਕੀਤੀ ਹੁੰਦੀ 22 ਕੈਰਟ ਦੇ ਵਿੱਚ। ਬਟ 24 ਕੈਰਟ ਮੀਨਸ 100% ਗੋਲਡ, ਠੀਕ ਹੈ। 100% ਇਕੁਇਵਲੈਂਟ ਟੂ 24 ਕੈਰਟ। ਸੋ ਜਿਹੜਾ 24 ਕੈਰਟ ਗੋਲਡ ਇਟ ਇਜ਼ ਨੋਟ ਅ ਮਿਕਸਚਰ, ਇਟਸ ਅ ਪਿਓਰ ਸਬਸਟੈਂਸ, ਠੀਕ ਹੈ। ਸੋ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ A. Next come to question number 19. No two electrons in an atom can have the same set of 4 quantum numbers is stated in. ਦੇਖੋ ਬੇਟੇ, ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਮੰਨ ਲਓ 40 ਸਟੂਡੈਂਟਸ ਨੇ, ਅਤੇ ਕਿਸੇ 2 ਸਟੂਡੈਂਟਸ ਨੂੰ ਸੇਮ ਰੋਲ ਨੰਬਰ ਅਸਾਈਨ ਨਹੀਂ ਕੀਤੇ ਜਾਂਦੇ, ਹਰ ਇੱਕ ਸਟੂਡੈਂਟ ਦਾ ਰੋਲ ਨੰਬਰ ਵੱਖਰਾ ਵੱਖਰਾ ਹੋਏਗਾ। ਇਸੇ ਤਰ੍ਹਾਂ ਹੀ ਇੱਕ ਐਟਮ ਦੇ ਵਿੱਚ ਜਿਹੜੇ ਉਹਦੇ ਸਾਰੇ ਇਲੈਕਟ੍ਰੋਨਸ ਨੇ, ਉਹਨਾਂ ਕਿਸੇ 2 ਇਲੈਕਟ੍ਰੋਨਸ ਦਾ ਵੀ ਸੇਮ ਸੈੱਟ ਆਫ 4 ਕੁਆਂਟਮ ਨੰਬਰਸ ਨਹੀਂ ਹੋਣਗੇ। ਮੈਕਸਿਮਮ ਹੋ ਸਕਦਾ ਕਿ 3 ਸੈੱਟਸ ਜਿਹੜੇ ਨੇ ਸੇਮ ਹੋਣ, ਬਟ ਡਿਫਰੈਂਸ਼ੀਏਟ ਕਰਨ ਲਈ ਜਿਹੜਾ 4th ਜਿਹੜਾ ਕੁਆਂਟਮ ਨੰਬਰ ਆ ਉਹ ਮੇ ਬੀ ਡਿਫਰੈਂਟ ਹੋਏ, ਠੀਕ ਹੈ। ਅਤੇ ਇਹ ਜਿਹੜਾ ਲਾਅ ਦਿੱਤਾ ਸੀਗਾ ਇਹ ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ, ਠੀਕ ਹੈ। ਸੋ ਇਹ ਡੀ ਆਪਸ਼ਨ ਜਿਹੜੀ ਇਹਦੀ ਰਾਈਟ ਆਨਸਰ ਹੈ। ਕੁਐਸਚਨ ਨੰਬਰ 20th, principal azimuthal and magnetic quantum numbers are respectively related to. ਜਿਹੜਾ ਪ੍ਰਿੰਸੀਪਲ ਕੁਆਂਟਮ ਨੰਬਰ ਆ ਉਹ ਕੀ ਦੱਸਦਾ ਵਾ, ਪ੍ਰਿੰਸੀਪਲ ਕੁਆਂਟਮ ਨੰਬਰਸ ਟੈਲਸ ਅਸ ਅਬਾਊਟ ਦੀ ਨੰਬਰ ਆਫ ਸ਼ੈਲਸ। ਜਿਸ ਤਰ੍ਹਾਂ n is to 1 ਫਸਟ ਸ਼ੈਲ, n is to 2 ਸੈਕਿੰਡ ਸ਼ੈਲ, ਥਰਡ ਸ਼ੈਲ ਐਂਡ ਸੋ ਔਨ। ਸੋ n ਦੀ ਵੈਲਿਊ ਜਿਉਂ ਜਿਉਂ ਵਧੀ ਜਾਂਦੀ ਉਹਦਾ ਸਾਈਜ਼ ਜਿਹੜਾ ਇਨਕਰੀਜ਼ ਹੋਈ ਜਾਂਦਾ। ਇਟ ਮੀਨਸ ਕਿ ਜਿਹੜਾ ਪ੍ਰਿੰਸੀਪਲ ਕੁਆਂਟਮ ਨੰਬਰ ਆ ਉਹ ਸਾਈਜ਼ ਬਾਰੇ ਦੱਸਦਾ। ਐਜ਼ੀਮਿਊਥਲ ਕੁਆਂਟਮ ਨੰਬਰ ਜਿਹੜਾ ਵਾ L ਦੀਆਂ ਵੈਲਿਊ 0 1 2 3 ਐਂਡ ਵੀ ਨੋ ਕਿ 0 ਦੇ ਅਕੋਰਡਿੰਗ ਐਸ ਪੀ ਡੀ, ਔਰ ਇਹ ਸਬ ਸ਼ੈਲਸ ਨੇ, ਔਰ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਸ਼ੇਪਸ ਹੁੰਦੀਆਂ ਨੇ। ਐਸ ਦੀ ਜਿਹੜੀ ਸ਼ੇਪ ਹੈਗੀ ਆ ਸਫੈਰੀਕਲ ਆ, ਪੀ ਦੀ ਡੰਬੈਲ ਐਂਡ ਸੋ ਔਨ, ਠੀਕ ਹੈ। ਇਟ ਮੀਨਸ ਕਿ ਜਿਹੜਾ ਐਜ਼ੀਮਿਊਥਲ ਕੁਆਂਟਮ ਨੰਬਰ ਹੈ L ਜਿਹੜਾ ਉਹ ਸ਼ੇਪ ਬਾਰੇ ਦੱਸਦਾ। ਮੈਗਨੈਟਿਕ ਕੁਆਂਟਮ ਨੰਬਰ ਜਿਹੜੀਆਂ ਸ਼ੇਪਸ ਨੇ ਪਰਟੀਕੂਲਰ, ਜਿਸ ਤਰ੍ਹਾਂ ਸਾਡੇ ਕੋਲ ਆ ਗਿਆ ਪੀ ਔਰਬਿਟਲ ਹੈ, ਠੀਕ ਹੈ। ਸੋ ਪੀ ਔਰਬਿਟਲ ਡੰਬੈਲ ਨੇ, ਬਟ ਪੀ ਔਰਬਿਟਲ ਅੱਗੋਂ ਜਿਹੜੀਆਂ ਉਹਨਾਂ ਦੀਆਂ 3 ਡਾਇਰੈਕਸ਼ਨਸ ਹੁੰਦੀਆਂ ਨੇ। ਸਾਨੂੰ ਪਤਾ ਹੈ ਕਿ ਜੇ ਉਹਦੀ ਡਾਇਰੈਕਸ਼ਨ ਇੱਦਾਂ ਐਕਸ ਐਕਸਿਸ ਵੱਲ ਨੂੰ ਹੋਏਗੀ, ਲੈਟ ਇਟ ਬੀ ਐਕਸ, ਇਟ ਬੀ ਵਾਈ, ਇਟ ਬੀ ਜ਼ੈਡ, ਦੈਨ ਇਟ ਇਜ਼ ਟਰਮਡ ਐਸ ਪੀ ਐਕਸ, ਹੈ ਨਾ। ਅਤੇ ਜੇ ਇਹ ਵਾਈ ਵੱਲ ਨੂੰ ਹੋਏਗੀ ਦੈਨ ਇਟ ਇਜ਼ ਪੀ ਵਾਈ, ਅਤੇ ਜੇ ਜ਼ੈਡ ਵੱਲ ਨੂੰ ਦੈਨ ਪੀ ਜ਼ੈਡ, ਠੀਕ ਹੈ। ਸੋ ਆਹ ਜਿਹੜੀਆਂ 3 ਐਕਸਿਸ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਵੈਲਿਊਜ਼ ਸ਼ੋ ਹੋ ਰਹੀਆਂ ਨੇ, ਇਹ ਕਿਹਦੇ ਅਕੋਰਡਿੰਗ ਸ਼ੋ ਹੋ ਰਹੀਆਂ ਨੇ, ਅਕੋਰਡਿੰਗ ਟੂ ਮੈਗਨੈਟਿਕ ਕੁਆਂਟਮ ਨੰਬਰ, ਠੀਕ ਹੈ। ਸੋ ਆਪਾਂ ਜੇ ਗੱਲ ਕਰੀਏ ਰਿਸਪੈਕਟਿਵਲੀ ਕਿ ਪ੍ਰਿੰਸੀਪਲ ਐਜ਼ੀਮਿਊਥਲ ਅਤੇ ਮੈਗਨੈਟਿਕ ਕੁਆਂਟਮ ਨੰਬਰਸ ਕਿਹੜੀਆਂ ਕਿਹੜੀਆਂ ਚੀਜ਼ਾਂ ਦੱਸਦੇ ਸਾਨੂੰ, ਇਹ ਦੱਸਦੇ ਨੇ ਪ੍ਰਿੰਸੀਪਲ ਸਾਈਜ਼, ਦੈਨ ਸ਼ੇਪ, ਦੈਨ ਓਰੀਐਂਟੇਸ਼ਨ, ਡਾਇਰੈਕਸ਼ਨਸ, ਠੀਕ ਹੈ। ਸੋ ਇਹਦੀ ਜਿਹੜੀ ਆਪਸ਼ਨ ਬੀ ਕਰੈਕਟ ਹੈ ਇਸ ਕੁਐਸਚਨ ਦੀ, ਠੀਕ ਹੈ ਜੀ। Question number 21st, an element has atomic number 17 and mass number 37. There are 17 electrons outside the nucleus. So atomic number 17 ਹੈ, ਨਿਊਟਰਲ ਐਟਮ ਦੇ ਵਿੱਚ ਜਿੰਨਾ atomic number ਆ ਉਹਨੇ ਪ੍ਰੋਟੋਨਸ ਉਹਨੇ ਇਲੈਕਟ੍ਰੋਨਸ। ਇਟ ਮੀਨਸ ਇਲੈਕਟ੍ਰੋਨਸ ਇਹਦੇ ਵਿੱਚ 17 ਨੇ,
ਤੇ देयर आर 17 इलैक्ट्रॉन्स इट इज़ ऑब्वियस फाइंड द नंबर ऑफ न्यूट्रॉन्स न्यूट्रॉन्स की ने न्यूट्रॉन्स इज जस्ट द डिफरेंस ऑफ मास नंबर एंड एटॉमिक नंबर जे कोई एलीमेंट लेट इट बी एक्स तो जे मैं इस तरह डिनोट करा ठीक है ਇਹਦਾ मास नंबर हैगा वा 37 एटॉमिक नंबर 17 ਤੇ ਇਹਨਾਂ डिफरेंस फाइंड कर लो 37 माइनस 17 20 ठीक है सो 20 ਇਹਦਾ ਜਿਹੜਾ राइट आंसर रहेगा ऑप्शन ए ठीक है नेक्स्ट कम टू क्वेश्चन नंबर 22nd the empirical formula and molecular mass of a compound are empirical formula is given and mass is given what will be the molecular formula of the compound ठीक है बेटे देखो ਇਹ ਆਪਾਂ क्वेश्चन करते हैं ਇਹਦੇ ਵਿੱਚ ਉਹਨੇ ਕਿਹਾ ਕਿ empirical formula is CH2O n ਦੀ ਵੈਲਿਊ ਇਹਦੇ ਵਿੱਚ ਫਾਈਂਡ ਕਰਦੇ ਹੁੰਦੇ ਪਹਿਲਾਂ ਮਾਲੀਕੂਲਰ ਫਾਰਮੂਲਾ ਫਾਈਂਡ ਕਰਨ ਵਾਸਤੇ n ਦੀ ਵੈਲਿਊ ਹੁੰਦੀ ਹੈ ਐਮਪੀਰੀਕਲ ਫਾਰਮੂਲਾ ਮਾਸ ਜੋ ਐਮਪੀਰੀਕਲ ਫਾਰਮੂਲਾ ਦੇ ਅਕੋਰਡਿੰਗ ਮਾਸ ਫਾਈਂਡ ਕਰੋ ਇਹ ਐਮਪੀਰੀਕਲ ਫਾਰਮੂਲਾ ਇਹਦੇ ਅਕੋਰਡਿੰਗ ਕਾਰਬਨ 12 ਹਾਈਡਰੋਜਨ ਇੱਕ ਦਾ 1 ਤੇ ਦੋ ਹਾਈਡਰੋਜਨਸ ਦਾ 2 ਹੋ ਗਿਆ ਔਰ ਆਕਸੀਜਨ ਇੱਕ ਦਾ 16 ਸੋ ਜੀ ਆਪਾਂ ਬੇਟੇ ਇਹ ਸਾਰਾ ਜੇ ਆਪਾਂ ਇਹ ਸਾਰਾ ਐਡ ਕਰੀਏ ਤੇ ਇਹ ਆ ਜਾਏਗਾ 16 ठीक है सो इट विल बी 12 2 14 16 ये हो गया 30 ठीक है सो ये आ गया तुहाडे कोल उपर आ जाता इहदी वैल्यू आ जाती है मालिकुलर मास डिवाइडेड बाय एम्पीरिकल फार्मूला मास मालिकुलर मास वाज गिवन एज 180 सो इन्हें बेटे कैंसल करो 6 आ जाएगा ठीक है आ जो n की वैल्यू आई है इट इज़ टू बी मल्टीप्लाइड बाय ਜਿਹੜਾ n ਵਾ इट इज़ टू बी मल्टीप्लाइड बाय एम्पीरिकल फार्मूला टू गेट द मालिकुलर फार्मूला सो C कितना आ गया बेटा 6 H6 2 जा 12 O6 ठीक है सो ये मालिकुलर फार्मूला बन गया C6H12O6 ठीक है सो ये देखो बेटे कितने है C6H12O6 इट्स द ऑप्शन C ठीक है नेक्स्ट कम टू क्वेश्चन नंबर 23rd the de Broglie wavelength of a ball of mass 10 gram and moving with the velocity of 10 meter per second h is given so ਇਹਦੇ ਵਿੱਚ ਦੇਖੋ ਬੇਟੇ de Broglie wavelength ਦਾ ਫਾਰਮੂਲਾ lambda is equals to h ਬਟਾ mv h is given as 6.626 Planck's constant into 10 raised to power minus 34 बटा mv 10 है और velocity भी 10 है ठीक है मास भी 10 है और वेलोसिटी भी 10 है इन्हें बेटे सॉल्व करोगे तो यू विल गेट 6.626 इंटू 10 रेस टू पावर ऑब्वियस अभी 10 की पावर 2 ऊपर जाके -34 -2 -36 सो ये आ जाएगी डी ऑप्शन सो डी इज इट्स राइट आंसर ओके देन कम टू क्वेश्चन नंबर 24th if 500 ml of 5 molar solution is diluted to 15 ml so ये बेटे मोलैरिटी इक्वेशन के अकॉर्डिंग ये न्यूमेरिकल करना है m1 v1 इज इक्वल्स टू m2 इंटू v2 सो पहला मोलैरिटी कितनी है 5 मोलर 5 इंटू देन वॉल्यूम 500 इज इक्वल टू सैकेंड मोलैरिटी आप फाइंड करनी है जे सैकेंड वॉल्यूम 1500 होए वी आर टू फाइंड m2 एंड इट इज़ 1500 ठीक है इन्हू बेटे तुसी कैलकुलेट करोगे ये तुहाडा आ गया इट मीनस कि साडा m2 आ जाऊगा m2 इज इक्वल्स टू ये आ जाना 500 इंटू 5 डिवाइडेड बाय 1500 ठीक है इन्हू बेटा सॉल्व करिए तो आ गया 5/3 सो इट इज़ अप्रॉक्सीमेट 1.66 ठीक है सो ये देखो बेटा 1.66 आंसर कितने है 1.66 मोलर ये है आंसर बी इट इज़ आंसर बी ठीक है देन कम टू क्वेश्चन लास्ट क्वेश्चन 25th क्वेश्चन ए सोल्यूशन इज प्रिपेयर्ड बाय डिजोल्विंग 2 ग्राम ऑफ अ सबसटेंस इन 18 ग्राम ऑफ वाटर जोड़ा ज़्यादा अमाउंट के सॉल्वेंट है वाटर सॉल्वेंट है और 2 ग्राम ऑफ सबसटेंस जोड़ा है सोल्यूट है ਆਪਾਂ ਮਾਸ ਪਰਸੈਂਟੇਜ ਆਫ ਸੋਲਿਊਟ ਫਾਈਂਡ ਕਰਨਾ ਹੈ ਕੀ ਹੁੰਦਾ ਫਾਰਮੂਲਾ ਕਿ ਜਿੰਨਾ ਮਾਸ ਗਿਵਨ ਹੈ ਸੋਲਿਊਟ ਦਾ ਉੱਪਰ ਰੱਖੋ ਬਟਾ ਟੋਟਲ ਮਾਸ ਕਿੰਨਾ ਸੋਲਿਊਸ਼ਨ ਦਾ ਹੋ ਗਿਆ ਸੋਲਿਊਟ ਪਲਸ ਸੋਲਵੈਂਟ 2 + 18 × 100 ठीक है सो इट इज़ 2/20 × 100
you get 10%, ठीक है। सो 10% इज द राइट आंसर, ਇਹਦਾ ਆਨਸਰ ਹੋ ਗਿਆ ਬੇਟੇ ਇਹ। ਸੋ ਬੇਟੇ ਇਹ ਸੀਗਾ ਤੁਹਾਡੇ ਅੱਜ ਦੇ ਪੇਪਰ ਦਾ ਸੋਲੂਸ਼ਨ। ਆਈ ਹੋਪ ਕਿ ਤੁਹਾਨੂੰ ਇਹਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਔਰ ਤੁਸੀਂ ਆਪਣੇ ਮਾਰਕਸ ਦਾ ਵੀ ਮੁਲਾਂਕਣ ਕਰ ਲਿਆ ਹੋਏਗਾ, ਠੀਕ ਹੈ। ਸੋ ਓਕੇ ਬੇਟਾ, ਥੈਂਕਸ ਫॉर ਵਾਚਿੰਗ।